ਜਗਬਾਣੀ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਅਤੇ ਮੈਂ ਹਾਂ ਕੁਲਵਿੰਦਰ ਮਾਹੀ ਲੈ ਕੇ ਹਾਜ਼ਰ ਹਾਂ ਇਸ ਵੇਲੇ ਦੀਆਂ ਹਰਿਆਣਾ ਦੀਆਂ ਖਾਸ ਖਬਰਾਂ। ਤਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਸੀਐਮ ਨਾਇਬ ਸੈਣੀ ਹੁਣਾਂ ਦੀ। ਅੱਜ ਉਹਨਾਂ ਦੇ ਵੱਲੋਂ ਸੋਨੀਪਤ ਦਾ ਦੌਰਾ ਕੀਤਾ ਜਾਣਾ ਸੀ, ਪਰ ਇਸੇ ਦੌਰਾਨ ਜੋ ਉਹਨਾਂ ਦਾ ਹੈਲੀਕਾਪਟਰ ਹੈ ਧੁੰਦ ਦੇ ਕਰਕੇ ਉਡਾਨ ਨਹੀਂ ਭਰ ਸਕਿਆ ਤੇ ਉਹਨਾਂ ਨੂੰ ਆਪਣਾ ਜਿਹੜਾ ਦੌਰਾ ਹੈ ਉਹ ਕੈਂਸਲ ਕਰਨਾ ਪਿਆ। ਤਾਂ ਲਗਾਤਾਰ ਪੂਰੇ ਦੇਸ਼ ਦੇ ਵਿੱਚ ਧੁੰਦ ਪੈ ਰਹੀ ਹੈ, ਹਰਿਆਣਾ ਦੇ ਵਿੱਚ ਵੀ ਕਾਫੀ ਧੁੰਦ ਪੈ ਰਹੀ ਹੈ, ਜਿਸ ਦੇ ਚੱਲਦੇ ਅੱਜ ਉਹਨਾਂ ਨੂੰ ਆਪਣਾ ਦੌਰਾ ਕੈਂਸਲ ਕਰਨਾ ਪਿਆ। ਸੋਨੀਪਤ ਜਾਣਾ ਸੀ, ਉੱਥੇ ਉਦਯੋਗਪਤੀਆਂ ਦੇ ਨਾਲ ਮੀਟਿੰਗ ਹੋਣੀ ਸੀ, ਪਰ ਉਸ ਤੋਂ ਪਹਿਲਾਂ ਖਰਾਬ ਮੌਸਮ ਦੇ ਚੱਲਦੇ ਧੁੰਦ ਦੇ ਚੱਲਦੇ ਉਹਨਾਂ ਦਾ ਹੈਲੀਕਾਪਟਰ ਉਡਾਨ ਨਹੀਂ ਭਰ ਸਕਿਆ, ਜਿਸ ਕਰਕੇ ਉਹਨਾਂ ਨੂੰ ਆਪਣਾ ਦੌਰਾ ਕੈਂਸਲ ਕਰਨਾ ਪਿਆ। ਦੱਸ ਦਈਏ ਕਿ ਇਸ ਤੋਂ ਬਾਅਦ ਉਹਨਾਂ ਨੇ ਖਰਗੋਦਾ ਜਾਣਾ ਸੀ, ਉੱਥੇ ਜਾ ਕੇ ਕਈ ਮੀਟਿੰਗਾਂ ਉਹਨਾਂ ਦੇ ਵੱਲੋਂ ਕੀਤੀਆਂ ਜਾਣੀਆਂ ਸੀ, ਪਰ ਉਸ ਤੋਂ ਪਹਿਲਾਂ ਜੋ ਖਰਾਬ ਮੌਸਮ ਦੇ ਚੱਲਦੇ ਉਹਨਾਂ ਨੂੰ ਇਹ ਆਪਣੇ ਸਾਰੇ ਦੌਰੇ ਅੱਜ ਕੈਂਸਲ ਕਰਨੇ ਪਏ ਨੇ। ਤਾਂ ਸੀਐਮ ਨਾਇਬ ਸੈਣੀ ਹੁਣਾਂ ਦੇ ਵੱਲੋਂ ਇਹ ਦੇ ਨਾਲ ਜੁੜੀ ਅੱਜ ਦੀ ਇਹ ਵੱਡੀ ਖਬਰ ਸੀ। ਦੱਸ ਦਈਏ ਕਿ ਸਵੇਰ ਤੋਂ ਹੀ ਸੋਨੀਪਤ, ਪਾਨੀਪਤ, ਕੁਰੂਕਸ਼ੇਤਰ, ਭਿਵਾਨੀ ਜਿਹੜੇ ਜਿੰਨੇ ਵੀ ਇਹਨਾਂ ਦੇ ਸ਼ਹਿਰ ਨੇ ਉੱਥੇ ਵਿਜ਼ਿਬਿਲਿਟੀ ਲਗਭਗ 0 ਰਿਕਾਰਡ ਕੀਤੀ ਗਈ ਹੈ। ਮੌਸਮ ਵਿਭਾਗ ਨੇ 5 ਜ਼ਿਲ੍ਹਿਆਂ ਦੇ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਹੋਇਆ ਸੀ ਔਰ ਖਰਾਬ ਮੌਸਮ ਅਤੇ ਵਿਜ਼ਿਬਿਲਿਟੀ ਦੇ ਚੱਲਦੇ ਸੀਐਮ ਨਾਇਬ ਸਿੰਘ ਸੈਣੀ ਦਾ ਜੋ ਸ਼ਡਿਊਲ ਆ ਉਸ ਦੇ ਵਿੱਚ ਇਹ ਬਦਲਾਵ ਕਰਨਾ ਪਿਆ। ਤਾਂ ਸੋਨੀਪਤ ਦੇ ਵਿੱਚ ਅੱਜ ਉਦਯੋਗਪਤੀਆਂ ਦੇ ਨਾਲ ਮੀਟਿੰਗ ਹੋਣੀ ਸੀ, ਪਰ ਬਾਅਦ ਦੇ ਵਿੱਚ ਇਸ ਪ੍ਰੋਗਰਾਮ ਨੂੰ ਕੈਂਸਲ ਕਰਨਾ ਪਿਆ ਔਰ ਪਹਿਲੇ ਸ਼ਡਿਊਲ ਦੇ ਮੁਤਾਬਕ ਸੀਐਮ ਸੈਣੀ ਅੱਜ ਸਵੇਰ ਤੋਂ ਹੀ ਉੱਥੇ 9 ਵਜੇ ਪਹੁੰਚਣ ਵਾਲੇ ਸੀ ਸੋਨੀਪਤ, ਪਰ ਇਹ ਸਾਰਾ ਸ਼ਡਿਊਲ ਚੇਂਜ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਹਨਾਂ ਨੇ ਖਰਗੋਦਾ ਜਾਣਾ ਸੀ, ਉੱਥੇ ਵੀ ਉਹਨਾਂ ਦੀ ਮੀਟਿੰਗ ਸੀ, ਪਰ ਧੁੰਦ ਦੇ ਚੱਲਦੇ ਕਿਉਂਕਿ ਉਹਨਾਂ ਦਾ ਪਹਿਲਾ ਸਫ਼ਰ ਕੈਂਸਲ ਹੋ ਗਿਆ ਤਾਂ ਸਾਰਾ ਜੋ ਅੱਜ ਦਾ ਉਹਨਾਂ ਦਾ ਸ਼ਡਿਊਲ ਹੈ ਉਹ ਵਿਗੜ ਗਿਆ। ਤੇ ਇਸ ਦੇ ਚੱਲਦੇ ਦੱਸ ਦਈਏ ਕਿ ਚੰਡੀਗੜ੍ਹ ਦੇ ਵਿੱਚ ਰਹਿ ਕੇ ਹੀ ਉਹਨਾਂ ਨੇ ਆਪਣੇ ਬਾਕੀ ਕੰਮ ਕੀਤੇ, ਪਰ ਹਰਿਆਣਾ ਦੇ ਵਿੱਚ ਲਗਾਤਾਰ ਜੋ ਧੁੰਦ ਪੈ ਰਹੀ ਹੈ ਤਾਂ ਉਸ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਕਈ ਹਾਦਸੇ ਹਰਿਆਣਾ ਦੇ ਵਿੱਚ ਹੋ ਚੁੱਕੇ ਨੇ ਔਰ ਹਵਾਈ ਸਫ਼ਰ ਕਿਉਂਕਿ ਨਹੀਂ ਹੋ ਸਕਦਾ, ਤਾਂ ਇਸ ਚੱਲਦੇ ਸੀਐਮ ਨਾਇਬ ਸੈਣੀ ਹੁਣਾਂ ਨੂੰ ਆਪਣਾ ਜੋ ਦੌਰਾ ਹੈ ਸੋਨੀਪਤ ਦਾ ਉਹ ਕੈਂਸਲ ਕਰਨਾ ਪਿਆ ਹੈ। ਤਾਂ ਹੁਣ ਰੁਖ ਕਰਦੇ ਹਾਂ ਅਗਲੀ ਖਬਰ ਦਾ। ਸੀਐਮ ਨਾਇਬ ਸੈਣੀ ਹੁਣਾਂ ਦੇ ਨਾਲ ਜੁੜੀ ਅਗਲੀ ਖਬਰ ਸਾਹਮਣੇ ਆ ਰਹੀ ਹੈ। ਹਰਿਆਣਾ ਸਰਕਾਰ ਦੇ ਵੱਲੋਂ ਜੋ ਆਫਿਸਰ ਨੇ ਉਹਨਾਂ ਦੀ ਪ੍ਰਾਪਰਟੀ ਡਿਟੇਲ ਮੰਗੀ ਗਈ ਹੈ। ਹਰਿਆਣਾ ਸਰਕਾਰ ਦੇ ਵੱਲੋਂ ਜੋ ਪਾਰਦਰਸ਼ਤਾ ਨੂੰ ਬਣਾਏ ਰੱਖਣ ਲਈ ਪ੍ਰਾਪਰਟੀ ਦੀ ਡਿਟੇਲ ਮੰਗੀ ਗਈ ਹੈ। ਦੱਸ ਦਈਏ ਕਿ ਕੇਂਦਰ ਸਰਕਾਰ ਦੇ ਵੱਲੋਂ ਹੁਕਮ ਜਾਰੀ ਹੋਏ ਸੀ, ਜਿਸ ਨੂੰ ਹਰਿਆਣਾ ਸਰਕਾਰ ਦੇ ਵੱਲੋਂ ਵੀ ਜਾਰੀ ਕਰ ਦਿੱਤਾ ਗਿਆ ਹੈ ਔਰ ਜਿਹੜੇ ਵੀ ਸੀਨੀਅਰ ਆਫਿਸਰ ਨੇ ਉਹਨਾਂ ਦੀ ਪ੍ਰਾਪਰਟੀ ਡਿਟੇਲ ਜਾਰੀ ਕਰਨ ਦੇ ਆਰਡਰ ਦੇ ਦਿੱਤੇ ਨੇ। ਤਾਂ 31 ਤੱਕ ਬਿਊਰਾ ਦੇਣ ਲਈ ਕਿਹਾ ਗਿਆ ਹੈ। ਬਿਊਰਾ ਨਾ ਦੇਣ ਤੇ ਇਹਨਾਂ ਆਫਿਸਰਾਂ ਦੇ ਉੱਤੇ ਕਾਰਵਾਈ ਹੋਵੇਗੀ। ਉਹਨਾਂ ਦਾ ਕਹਿਣਾ ਹੈ ਕਿ ਪਾਰਦਰਸ਼ਤਾ ਅਤੇ ਜਵਾਬਦੇਹੀ ਯਕੀਨੀ ਬਣਾਉਣ ਲਈ ਇਹ ਫੈਸਲਾ ਲਿਆ ਗਿਆ ਹੈ ਔਰ ਇਸੇ ਦੇ ਚੱਲਦੇ ਜੋ ਆਈਏਐਸ ਅਧਿਕਾਰੀ ਨੇ ਜਾਂ ਫਿਰ ਹੋਰ ਅਧਿਕਾਰੀ ਨੇ ਤਾਂ ਉਹਨਾਂ ਦੇ ਕੋਲੋਂ ਪ੍ਰਾਪਰਟੀ ਦਾ ਬਿਊਰਾ ਮੰਗਿਆ ਗਿਆ। ਤਾਂ ਹਾਲ ਹੀ ਦੇ ਵਿੱਚ ਹਰਿਆਣਾ ਦੇ ਵਿੱਚ ਜਿਹੜੇ ਸੀਨੀਅਰ ਆਈਏਐਸ ਅਧਿਕਾਰੀ ਸੀ ਤਾਂ ਉਹਨਾਂ ਦੀ ਸੰਪत्ति ਦਾ ਬਿਊਰਾ ਸਾਹਮਣੇ ਆਇਆ ਸੀ, ਜਿਸ ਵਿੱਚ ਉਹਨਾਂ ਦੇ ਕੋਲ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ ਫਲੈਟ, ਖੇਤੀਬਾੜੀ ਜ਼ਮੀਨ ਅਤੇ ਹੋਰ ਸੰਪत्तियां ਸਾਹਮਣੇ ਆਈਆਂ ਸੀ, ਜਿਸ ਤੋਂ ਬਾਅਦ ਨਿਰਦੇਸ਼ ਦਿੱਤੇ ਗਏ ਸੀ ਕੇਂਦਰ ਸਰਕਾਰ ਦੇ ਵੱਲੋਂ ਕਿ ਪੂਰੇ ਦੇਸ਼ ਦੇ ਆਈਏਐਸ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਆਪਣੀ ਜਿਹੜੀ ਪ੍ਰਾਪਰਟੀ ਹੈ ਉਸ ਦਾ ਬਿਊਰਾ ਜਾਰੀ ਕੀਤਾ ਜਾਵੇ। ਇਸ ਲਈ ਹਰਿਆਣਾ ਦੇ ਵੱਲੋਂ ਅਧਿਕਾਰੀਆਂ ਨੂੰ ਇਹ ਹੁਕਮ ਦਿੱਤੇ ਗਏ ਨੇ ਕਿ ਜ਼ਰੂਰੀ ਰੂਪ ਦੇ ਨਾਲ ਆਪਣੀ ਇਹ ਜਾਣਕਾਰੀ ਸਾਂਝੀ ਕਰਨ ਔਰ ਇਸ ਦੇ ਵਿੱਚ ਹਰਿਆਣਾ ਸਰਕਾਰ ਨੇ ਆਈਏਐਸ ਅਧਿਕਾਰੀਆਂ ਸਮੇਤ ਸਾਰੇ ਹੋਰ ਅਧਿਕਾਰੀਆਂ ਨੂੰ ਵੀ ਆਪਣੀ ਪ੍ਰਾਪਰਟੀ ਦਾ ਬਿਊਰਾ ਦੇਣ ਲਈ ਕਿਹਾ ਗਿਆ ਤੇ ਨਾਲ ਹੀ ਕਿਹਾ ਹੈ ਕਿ ਜਿਹੜਾ ਵਿਅਕਤੀ ਆਪਣੀ ਪ੍ਰਾਪਰਟੀ ਦਾ ਬਿਊਰਾ ਨਹੀਂ ਦੇਵੇਗਾ ਤਾਂ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇਗੀ। ਤਾਂ ਹਰਿਆਣਾ ਦੇ ਐਸੇ ਕਈ ਅਧਿਕਾਰੀ ਨੇ ਜਿਹੜੇ ਕਰੋੜਪਤੀ ਨੇ। ਹਾਲ ਹੀ ਦੇ ਵਿੱਚ ਅਪ੍ਰੈਲ ਦੇ ਵਿੱਚ ਖੁਲਾਸਾ ਹੋਇਆ ਸੀ ਕਿ ਹਰਿਆਣਾ ਦੇ ਜਿਹੜੇ ਚੀਫ ਸੈਕਟਰੀ ਅਨੁਰਾਗ ਰਸਤੋਗੀ ਹੈ ਤਾਂ ਉੱਤਰ ਪ੍ਰਦੇਸ਼ ਦੇ ਵਿੱਚ ਉਹਨਾਂ ਦਾ ਅੰਬ ਦਾ ਬਾਗ ਹੈ। ਇਸ ਤੋਂ ਇਲਾਵਾ ਪੰਚਕੂਲਾ ਅਤੇ ਗੁਰੂਗ੍ਰਾਮ ਦੇ ਵਿੱਚ ਵੀ ਫਲੈਟ ਸਾਹਮਣੇ ਆਈ ਸੀ। ਤਾਂ ਗ੍ਰਹਿ ਸਕੱਤਰ ਸੁਮਿਤਾ ਮਿਸ਼ਰਾ ਦੇ ਕੋਲ ਦਿੱਲੀ ਦੇ ਵਿੱਚ 3.5 ਕਰੋੜ ਦਾ ਜੋ ਬਿਲਡਰ ਫਲੋਰ ਹੈ ਤਾਂ ਉਸ ਦੀ ਗੱਲ ਸਾਹਮਣੇ ਆਈ ਸੀ। ਤਾਂ ਜਿਸ ਤੋਂ ਬਾਅਦ ਸੀਐਮ ਨਾਇਬ ਸੈਣੀ ਦੇ ਪ੍ਰਿੰਸੀਪਲ ਸੈਕਟਰੀ ਅਰੁਣ ਗੁਪਤਾ ਦੀ ਹਿਸਾਰ ਦੇ ਵਿੱਚ 2.5 ਕਰੋੜ ਦੀ ਜ਼ਮੀਨ ਦੀ ਗੱਲ ਸਾਹਮਣੇ ਆਈ ਸੀ। ਤਾਂ ਇਸ ਤੋਂ ਲੈ ਕੇ ਹੁਣ ਇਹ ਸਾਰਿਆਂ ਦੀ ਸੰਪत्ति ਦਾ ਬਿਊਰਾ ਮੰਗਿਆ ਗਿਆ ਹੈ ਔਰ ਇਹ ਜ਼ਰੂਰੀ ਬਣਾਇਆ ਗਿਆ ਕਿ ਇਹ ਆਪਣੀ ਪ੍ਰਾਪਰਟੀ ਦੀ ਸਾਰੀ ਡਿਟੇਲ ਸਾਂਝੀ ਕਰਨ ਔਰ ਡਿਟੇਲ ਸਾਂਝੀ ਇਸ ਲਈ ਕਰਨ ਤਾਂ ਜੋ ਇਹਨਾਂ ਦੀ ਜੋ ਭੂਮਿਕਾ ਹੈ ਉਸ ਨੂੰ ਜਵਾਬਦੇਹ ਬਣਾਇਆ ਜਾ ਸਕੇ ਔਰ ਇਹਨਾਂ ਨੂੰ ਜੋ ਇਹਨਾਂ ਦੀ ਪ੍ਰਾਪਰਟੀ ਹੈ ਤਾਂ ਉਹਨਾਂ ਦਾ ਸਾਰਾ ਬਿਊਰਾ ਪਾਰਦਰਸ਼ਤਾ ਦੇ ਨਾਲ ਪੇਸ਼ ਕੀਤਾ ਜਾ ਸਕੇ। ਤਾਂ ਇਹ ਵੱਡਾ ਜੋ ਫੈਸਲਾ ਹੈ ਹਰਿਆਣਾ ਦੀ ਸਰਕਾਰ ਦੇ ਵੱਲੋਂ ਲਿਆ ਗਿਆ, ਆਪਣੇ ਸਾਰੇ ਅਧਿਕਾਰੀਆਂ ਨੂੰ ਪ੍ਰਾਪਰਟੀ ਦਾ ਬਿਊਰਾ ਦੇਣ ਦੇ ਹੁਕਮ ਉਹਨਾਂ ਦੇ ਵੱਲੋਂ ਦਿੱਤੇ ਗਏ ਨੇ। ਉਧਰ ਦੂਜੇ ਪਾਸੇ ਸੀਐਮ ਨਾਇਬ ਸੈਣੀ ਕੱਲ ਖਰਗੋਦਾ ਵਿਖੇ ਪਹੁੰਚੇ ਨੇ। ਖਰਗੋਦਾ ਦੇ ਵਿੱਚ ਉਹਨਾਂ ਦੇ ਵੱਲੋਂ ਵਿਕਾਸ ਰੈਲੀ ਦੇ ਵਿੱਚ ਸ਼ਮੂਲੀਅਤ ਕੀਤੀ ਗਈ। ਇਸ ਦੌਰਾਨ ਕਈ ਵੱਡੇ ਐਲਾਨ ਖਰਗੋਦਾ ਵਾਸੀਆਂ ਲਈ ਕੀਤੇ ਗਏ। ਇੱਥੇ ਸਟੇਡੀਅਮ ਬਣਾਉਣ ਦਾ ਐਲਾਨ ਉਹਨਾਂ ਦੇ ਵੱਲੋਂ ਕੀਤਾ ਗਿਆ। ਇਸ ਤੋਂ ਇਲਾਵਾ ਪੀਣ ਵਾਲੇ ਪਾਣੀ ਦੀ
सहूलत देने का ऐलान इन्हां दे वल्लों कीता गया, लाइब्रेरी बनाउण दा ऐलान किया गया। तो खरगोदा वासियों लई कल दा दिन वड्डा रहा। करोड़ां दे ऐलान सीएम नायब सैनी हुणां दे वल्लों कीते गए ने। तां विकास दे लई करोड़ां रुपए दिते गए ने। स्टेडियम लाइब्रेरी बनाउण दा ऐलान किया गया। खरगोदा वासियों लई कल दा दिन खुशी का दिन रहा। दस दिए कि खरगोदा दे विच विकास रैली आयोजित की गई सी और इत्थे वड्डी गिनती दे विच जन सैलाब देखने को मिलता। वड्डी गिनती दे विच लोग इत्थे पहुंचते हैं और हरियाणा की जिहड़ी जनता है वह विकास ते पारदर्शिता दीयां नीतियां नूं मजबूती नाल पेश कर रही है, जिस दे चलदे सीएम नायब सैनी हुणां दे वल्लों इत्थे करोड़ां दे जो प्रोजैक्ट ने उन्हां दा ऐलान किया गया। तो इस तो इलावा हरियाणा जो खरगोदा है तो उसदे विच लाडो लक्ष्मी योजना तो लैके अटल लाइब्रेरी, पीण वाले पानी की सप्लाई, गैस सिलेंडर, मुख पार्क, स्टेडियम दे रेनोवेशन और सड़कों के विकास के नाल बाकी काम वाले करोड़ां रुपए के ऐलान किए गए हैं। और उन्होंने उत्थे दो वड्डियां जो वड्डे ऐलान किए हैं, उत्थे विकास कार्यां लई करोड़ां रुपए उत्थे दिते ने। तो दो सेहत केंद्रां दा भी उत्थे नींह पत्थर सीएम नायब सैनी हुणां दे वल्लों रखा गया। उन्होंने कहा कि मैनू अटुट विश्वास है, जो लोगों का मेरे उत्ते विश्वास है वो मेरी असल ताकत है और सारिਆਂ ਦੇ साथ ਦੇ ਨਾਲ ਸਾਰਿਆਂ ਦਾ विकास होवेगा, यही साडा मंत्र है। तो सीएम नायब सैनी हुणां दे वल्लों इत्थे ऐलान करते हुए की कुछ कहा गया, तुहानूं सुणा दिंदे हां। साथियों, मैं आज यहाँ खरखौदा विकास रैली के बीच में आप सबके बीच में आया हूँ। हमारे जो विधायक जी ने एक मांग पत्र मेरे समक्ष रखा है। मैं बताना चाहूँगा कि खरखौदा में थाना चौक और दिल्ली चौक के सौंदर्यकरण की बात हमारे पवन जी ने की है। इस चौक का सौंदर्यकरण किया जाएगा, इसकी मैं घोषणा करता हूं। और साथ ही इन्होंने कहा है कि खरखौदा में मुख्य पार्क बनाया जाए। मैं इसके लिए भी 8 करोड़ रुपया जारी करता हूं। खरखौदा शहर में एक मुख्य पार्क बनाया जाएगा। साथियों, खरखौदा में पवन जी ने कहा है कि स्टेडियम का रेनोवेशन किया जाए। यहाँ इस खरखौदा में स्टेडियम का रेनोवेशन किया जाएगा। इसके लिए 3.5 करोड़ रुपया मैं आज जारी करता हूं। और पवन जी ने कहा है कि खरखौदा में कूड़े के निपटान के लिए, उसकी रिसाइकलिंग के लिए एक प्लांट यहाँ पर बनाया जाए। इसकी भी बनाने की घोषणा करता हूं और इसके ऊपर 8 करोड़ 37 लाख रुपए का खर्चा आएगा। साथियों, खरखौदा शहर में एक लाइब्रेरी बनाई जाएगी जिससे हमारे बच्चों को तैयारी करने में टेस्ट की कोई दिक्कत नहीं आएगी, उसकी भी घोषणा करता हूं। साथियों, खरखौदा शहर में पीने के पानी की सप्लाई का कार्य जो मांग रखी है वो 31/12/2026 तक उसको पूरा कर लिया जाएगा। ये 26 करोड़ 46 लाख रुपए की लागत से ये गति से काम ये हो जाएगा। साथियों, इसी प्रकार भूमि उपलब्धता के आधार पर हमारे पवन जी ने कहा है कि यहाँ खरखौदा में एक रेस्ट हाउस बने। अगर यहाँ भूमि उपलब्ध होगी तो यहाँ पर एक रेस्ट हाउस भी बनाने का काम किया जाएगा। और इसी प्रकार खरखौदा में जो मल्टी स्टोरी पार्किंग की बनाने की बात पवन जी ने की है, इसके हेतु विभाग को भेज करके इसकी फिजिबिलिटी चेक कराई जाएगी। साथियों, जो सड़कों की बात पवन जी ने कही है कि हमारे पीडब्ल्यूडी विभाग की 9 सड़कें जिनकी लंबाई 45 किलोमीटर 45.5 किलोमीटर है का निर्माण 28 करोड़ 30 लाख रुपए की लागत से करवाया जाएगा। जिनमें ये सड़कें हैं ककरोई से बिदलान और छोटा खांडा से बढ़ाना तक, खांडा से खांडा खुरा तक और काकरोई से बढ़ाना तक, गोपालपुर से पीपली सड़क तक और रामगढ़ हसनगढ़ से खोरमपुर तक और रोहना से मटिंडू तक, ओल्ड रोहतक रोड सिटी पार्क और राई नारा बहादुरगढ़ रोड तक इन सड़कों का निर्माण करवाया जाएगा। और इसी प्रकार 175 किलोमीटर की 42 सड़कों की डीएलपी, वो डीएलपी के अंदर है, आवश्यकता पड़ेगी वो उनको ठीक करवाने का काम
ये हमारी सरकार करेगी। और इसके साथ ही 32 किलोमीटर की जो 6 सड़कों की स्पेशल रिपेयर का जो कार्य की बात पवन जी ने कही है, उस स्पेशल रिपेयर को करवाया जाएगा। और इसी प्रकार खरखौदा विधानसभा क्षेत्र में जो मार्केटिंग बोर्ड की सड़कें हैं 30 किलोमीटर से 31 किलोमीटर की 10 सड़कें जो डीएलपी की अवधि में है, आवश्यकता अनुसार ये डीएलपी उनसे ठेकेदार से कह करके एजेंसी से कर उसका रख रखाव कराया जाएगा। और साथ ही इसी प्रकार 465 लाख रुपए की लागत से 20 किलोमीटर और की 7 सड़कों की स्पेशल रिपेयर का कार्य भी करवाया जा रहा है। साथियों, इसी प्रकार खेत खलिहान के जो योजना के तहत खेतों के 25 किलोमीटर के रास्तों को पक्का करवाया जाएगा। पवन जी जो भी लिख करके देंगे खेतों के रास्तों को, उनको पक्का कराने का काम हमारी सरकार करेगी। साथियों, इसी कड़ी में मैं खरखौदा के विकास के लिए अलग से 5 करोड़ रुपया और दे करके जाता हूं, ताकि विकास कार्यों को गति से आगे बढ़ाया जा सके। साथियों, मुझे खुशी है कि आज इस गति से ये सरकार काम कर रही है। आने वाले समय के अंदर हमारी सरकार का संकल्प है कि हम जो हमने बात कही है उस बात को हम पूरा करने में गति से काम कर रहे हैं। साथियों, हमने 2 लाख इस 5 साल के अंदर नौकरी देने की बात कही थी। 34,000 बच्चों को हमने इस साल के अंदर बिना पर्ची बिना खर्ची के हरियाणा सरकार की नौकरी देने का काम किया है। और नव वर्ष में एक बड़ा जखीरा और हमारे युवाओं के लिए जो अप्लाई करेंगे नौकरियों का निकलने वाला है, उसका वो जल्दी ही, जिसमें हमारे बच्चे चाहे पुलिस की हो और चाहे अन्य विभागों की नौकरियां हो, उसको भी निकालने का काम हम करेंगे। और हरियाणा प्रदेश के अंदर हमने 10 IMTs बनाने की बात कही थी। ਤਾਂ ਉਧਰ ਸੀਐਮ ਨਾਇਬ ਸੈਣੀ ਉਹਨਾਂ ਦੇ ਵੱਲੋਂ ਇਸ ਵਿਕਾਸ ਰੈਲੀ ਦੌਰਾਨ ਭਾਜਪਾ ਦੀਆਂ ਹੋਰ ਨੀਤੀਆਂ ਦਾ ਵੀ ਬਾਰੇ ਵੀ ਦੱਸਿਆ ਗਿਆ। ਤੁਹਾਨੂੰ ਦੱਸ ਦਈਏ ਕਿ ਇਸ ਮੌਕੇ ਉਹਨਾਂ ਦੇ ਵੱਲੋਂ ਆਯੁਸ਼ਮਾਨ ਯੋਜਨਾ ਬਾਰੇ ਵੀ ਜਾਣਕਾਰੀ ਦਿੱਤੀ ਗਈ ਔਰ ਬਜ਼ੁਰਗਾਂ ਨੂੰ ਲੈ ਕੇ ਵੱਡੇ ਐਲਾਨ ਉਹਨਾਂ ਦੇ ਵੱਲੋਂ ਕੀਤੇ ਗਏ। ਉਹਨਾਂ ਕਿਹਾ ਕਿ 70 ਸਾਲ ਤੋਂ ਉੱਪਰ ਜਿਹੜੇ ਬਜ਼ੁਰਗ ਨੇ ਉਹਨਾਂ ਦਾ ਮੁਫਤ ਇਲਾਜ ਦੇਣ ਦੀ ਸਹੂਲਤ ਹਰਿਆਣਾ ਸਰਕਾਰ ਦੇ ਵੱਲੋਂ ਕੀਤੀ ਗਈ ਹੈ। ਉਹਨਾਂ ਕਿਹਾ ਕਿ 5 ਲੱਖ रुपए तक का जिहड़ा मुफ्त इलाज है वह हरियाणा सरकार के वल्लों दिता जाता है। केंद्र सरकार के नाल मिल के आयुष्मान योजना के तहत वो सारे बजुर्ग जिन्हां दी उम्र 70 साल तो ज़्यादा है तो उन्हां दा सारा इलाज का खर्चा हरियाणा और केंद्र सरकार के वल्लों चुक्या जाता है। तो की कुछ उन्हां दे वल्लों कहा गया तुहानूं सुना दिंदे हां। हाँ, कि हमारे 70 साल के ऊपर के कोई भी बुजुर्ग है, अगर उसको कोई दिक्कत बीमारी आ जाती है, उसके इलाज की चिंता उसके परिवार को नहीं है, उसके इलाज की चिंता हरियाणा सरकार और नरेंद्र मोदी को है। हमने उसको भी लागू कर दिया है। 70 साल के बुजुर्ग, जो 70 साल से अधिक के बुजुर्ग हैं, अगर उनको कोई दिक्कत परेशानी या बीमारी आती है तो उसका इलाज हरियाणा सरकार केंद्र सरकार कराती है। उसको भी हम 5 लाख रुपए का 1 साल के अंदर आयुष्मान कार्ड का लाभ दे रहे हैं। साथियों, अब तक हमने इस योजना के माध्यम से 5 लाख रुपए तक का ये मुफ्त इलाज दिया है और इसके तहत हमने जो बुजुर्गों ने इस योजना के तहत इलाज कराया है, लगभग 7 करोड़ रुपया हमने उनके इलाज के लिए खर्च करने का काम हमारी सरकार ने किया है। ਤਾਂ ਇਸੇ ਹਰਿਆਣਾ ਦੀਆਂ ਅੱਜ ਦੀਆਂ ਖਾਸ ਖਬਰਾਂ। ਇਸੇ ਤਰ੍ਹਾਂ ਹਰਿਆਣਾ, ਪੰਜਾਬ ਅਤੇ ਦੇਸ਼ ਵਿਦੇਸ਼ ਦੀਆਂ ਖਾਸ ਖਬਰਾਂ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਜਗਬਾਣੀ TV।